ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਬਿਲਾਵਲ ਦੀ ਵਾਰ ਪ੍ਰਾਰੰਭ ਹੋਣੀ ਹੈ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਦਾ ਉਚਾਰਨ ਕੀਤੀ ਹੋਈ ਇਹ ਪਾਵਨ ਪਵਿੱਤਰ ਵਾਰ ਹੈ। ਰਾਗ ਬਿਲਾਵਲ ਹੈ। 848 ਅੰਗ ਤੇ ਇਹ ਵਾਰ 49 ਅੰਗ ਦੇ ਉੱਤੇ ਪ੍ਰਾਰੰਭ ਹੋ ਰਹੀ ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਵਾਰ ਹੈ। ਸਰਵਣ ਕਰਨ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਜੋੜੀਏ। ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਕੀ ਵਾਰ ਮਹੱਲਾ ਚੌਥਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਹਨ। 22 ਵਾਰਾਂ ਚੋਂ ਇੱਕ ਵਾਰ ਹੈ ਰਾਗ ਬਿਲਾਵਲ ਦੀ ਵਾਰ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਰ ਦੀ ਆਰੰਭਤਾ ਤੋਂ ਪਹਿਲਾਂ ਮਹਾਰਾਜ ਜੀ ਨੇ ਮੰਗਲਾਚਰਨ ਕੀਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਇੱਕ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਮਹੱਲਾ ਚੌਥਾ। ਹਰ ਉਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ। ਸ਼ਲੋਕ ਚੌਥੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ। ਸ਼ਲੋਕ ਅੱਗੇ ਤੀਜੇ ਪਾਤਸ਼ਾਹ ਦੇ ਵੀ ਹਨ, ਪਰ ਇਸ ਵਾਰ ਦੇ ਉੱਤੇ ਸਰਲੇਖ ਹੈ ਮਹੱਲਾ ਚੌਥਾ। ਉਹ ਸਰਲੇਖ ਸਿੱਧ ਕਰਦਾ ਹੈ ਕਿ ਇਸ ਵਾਰ ਵਿੱਚ ਜਿਹੜੀਆਂ ਪੌੜੀਆਂ ਨੇ ਉਹ ਪੌੜੀਆਂ ਸਾਰੀਆਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹੋਣਗੀਆਂ। ਸ਼ਲੋਕ ਚੌਥੇ ਪਾਤਸ਼ਾਹ ਦੇ ਵੀ ਨੇ, ਤੀਜੇ ਪਾਤਸ਼ਾਹ ਵੀ ਉਚਾਰਨ ਕਰ ਰਹੇ ਨੇ। ਤੋ ਸਰਲੇਖ ਵਿੱਚ ਇਹ ਸਿੱਧ ਹੋ ਜਾਂਦਾ। ਮਹਾਰਾਜ ਜੀ ਨੇ ਗੁਰਬਾਣੀ ਨੂੰ ਬੜੀ ਸੁੰਦਰ ਤਰਤੀਬ ਨਾਲ ਰਚਿਆ ਹੈ। ਹਰ ਇੱਕ ਪ੍ਰਕਾਰ ਦੇ ਛੰਦਾਂ ਦੀ ਮਰਜ਼ਾਦਾ ਪਾਤਸ਼ਾਹ ਨੇ ਰੱਖੀ ਹੈ ਔਰ ਸਾਰੇ ਜੋੜ ਸ਼ਬਦਾਂ ਦੇ ਕਿ ਕਿੰਨਿਆਂ ਪਦਿਆਂ ਵਾਲੇ ਕਿੰਨੇ ਸ਼ਬਦ ਨੇ, ਅਖੀਰ ਵਿੱਚ ਉਹਨਾਂ ਦਾ ਜੋੜ। ਚੌਥੇ ਪਾਤਸ਼ਾਹ ਦੇ ਕਿਤਨੇ ਸ਼ਬਦ ਬਿਲਾਵਲ ਰਾਗ ਵਿੱਚ ਆਏ ਉਹਨਾਂ ਦਾ ਜੋੜ, ਛੰਤ ਕਿੰਨੇ ਉਚਾਰਨ ਕੀਤੇ ਉਹਨਾਂ ਦਾ ਜੋੜ, ਤਾਂ ਜੋ ਆਉਣ ਵਾਲੇ ਸਮੇਂ 'ਚ ਕੱਲ ਨੂੰ ਕੋਈ ਇਹ ਹਿੰਮਤ ਨਾ ਕਰੇ ਕਿ ਗੁਰਬਾਣੀ ਦੇ ਕਿਸੇ ਸ਼ਬਦ ਨੂੰ ਆਪਣੀ ਮਰਜ਼ੀ ਨਾਲ ਘਟਾਵੇ ਜਾਂ ਵਧਾਵੇ। ਅੱਜ ਗੁਰਬਾਣੀ ਦੇ ਉੱਤੇ ਹਮਲੇ ਹੋ ਰਹੇ ਨੇ। ਵੇਖਿਆ ਕਿ ਸਿੱਖਾਂ ਤੇ ਹਮਲਾ ਕਰੋ, ਇਹ ਮੁੱਕਦੇ ਨਹੀਂ ਹਨ। ਬਹੁਤ ਕੁਝ ਕਰਕੇ ਵੇਖ ਲਿਆ, ਜੰਗ ਯੁੱਧ ਕਰਕੇ ਵੇਖ ਲਏ, ਇਹਨਾਂ ਵਿੱਚ ਆਪੋ ਵਿੱਚ ਪਾਟਕ ਪਾ ਕੇ ਵੇਖ ਲਿਆ, ਪਾੜੇ ਪਾ ਕੇ ਵੇਖ ਲਿਆ, ਤਾਂ ਹੁਣ ਵਿਰੋਧੀਆਂ ਨੇ ਗੁਰਬਾਣੀ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਵੀ ਜਦੋਂ ਗੁਰਬਾਣੀ ਤੇ ਹਮਲਾ ਕਰਾਂਗੇ ਫਿਰ ਇਹ ਖਤਮ ਹੋਣਗੇ। ਆ 3 ਤਰੀਕ ਨੂੰ ਸਮੁੱਚੇ ਪੰਥ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਰੱਖੀ ਗਈ ਹੈ, ਵਿਦਵਾਨਾਂ ਦੀ, ਸੰਪਰਦਾਵਾਂ ਦੀ, ਕਿ ਇੱਕ ਨੇ ਹਿੰਮਤ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਛਪਵਾਈ ਵੀ ਕਰਵਾ ਦਿੱਤੀ। ਉਹਦੇ 'ਚ ਆਪਣੀ ਮਰਜ਼ੀ ਨਾਲ ਅਧਕਾਂ, ਔਂਕੜਾਂ, ਬਿੰਦੀਆਂ ਬਹੁਤ ਕੁਝ ਵਧਾ ਘਟਾ ਕੇ ਲਗ ਮਾਤਰਾਵਾਂ ਨਾਲ ਛੇੜਛਾੜ ਕੀਤੀ। ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖਰੀ ਕਰਕੇ ਉਹਦੇ ਤੇ ਅੰਗ ਨੰਬਰ ਹੀ ਨਹੀਂ ਪਾਇਆ। ਅਮਰੀਕਾ ਦਾ ਉਹ ਮੂਰਖ ਪ੍ਰਾਣੀ ਹੈ ਜਿਹਨੇ ਹਿੰਮਤ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਰਚਨਾ ਕਲਗੀਧਰ ਸੁਆਮੀ ਜੀ ਨੇ ਸੰਪੂਰਨ ਕਰ ਦਿੱਤੀ। ਉਸ ਤੋਂ ਬਾਅਦ ਫਿਰ ਪੰਥ ਨੇ ਵੀ ਗੁਰਬਾਣੀ ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਨੇ
ਸੰਪੂਰਨ ਗੁਰੂ ਰੂਪ ਤਿਆਰ ਕਰਕੇ ਪ੍ਰਗਟ ਗੁਰਾਂ ਦੀ ਦੇਹ ਕਹਿ ਕੇ ਨਮਸਕਾਰ ਕਰ ਦਿੱਤਾ। ਫਿਰ ਸਿੱਖ ਦਾ ਕੋਈ ਕਰਤੱਵ ਨਹੀਂ ਰਹਿ ਜਾਂਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪੂਰਨ ਗੁਰੂ ਨੇ ਉਹਦੀ ਬਾਣੀ ਦੇ ਉੱਤੇ ਕਿਸੇ ਪ੍ਰਕਾਰ ਦਾ ਸ਼ੰਕਾ ਕਰੇ ਜਾਂ ਛੇੜਛਾੜ ਕਰੇ। ਸਿੱਖ ਦਾ ਕਰਤੱਵ ਹੀ ਨਹੀਂ ਗੁਰੂ ਦੇ ਉੱਤੇ ਸ਼ੰਕਾ ਕਰੇ, ਇਹ ਕਿਸੇ ਨੂੰ ਹੱਕ ਨਹੀਂ। ਔਰ ਸਮੁੱਚਾ ਸਿੱਖ ਜਗਤ ਇਸ ਗੱਲ ਕਰਕੇ ਆਹਤ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਹੀ ਵਖਰੇਵਾ ਕਰਕੇ ਲੇਖੀ ਹੋਰ ਜਿਵੇਂ ਸਤਿਗੁਰਾਂ ਨੇ ਲਿਖਿਆ ਉਹਦੇ ਤੋਂ ਉਲਟ ਹੋਰ ਤਰੀਕੇ ਨਾਲ ਆਪਣੀਆਂ ਵਿਆਕਰਨਾਂ ਕਰੋੜ ਘਰਾੜ ਕੇ ਵਿੱਚ ਪਾ ਦਿੱਤੀਆਂ ਕਿ ਅਖੇ ਜੀ ਇਦਾਂ ਉਚਾਰਨ ਕਰਨਾ ਚਾਹੀਦਾ। ਤੁਸੀਂ ਉਚਾਰਨ ਵਾਸਤੇ ਤੁਹਾਡੇ ਮਤ ਭੇਦ ਹੋ ਸਕਦੇ ਆ, ਪਰ ਲਿਖਤ ਰੂਪ ਵਿੱਚ ਜਿਵੇਂ ਹੈ ਇਨ ਬਿਨ ਉਸੇ ਤਰ੍ਹਾਂ ਹੀ ਰਹੇਗੀ। ਹਜ਼ਾਰਾਂ ਸਾਲ ਪਹਿਲਾਂ, ਸੈਂਕੜੇ ਸਾਲ ਪਹਿਲਾਂ ਕੁਰਾਨ ਲਿਖੀ ਗਈ ਹੈ, ਉਹ ਕੁਰਾਨ ਦੀਆਂ ਆਇਤਾਂ ਦੇ ਨਾਲ ਰੰਚਕ ਭਰ ਵੀ ਛੇੜਛਾੜ ਨਹੀਂ ਕਰਦੇ। ਉਹਨਾਂ ਨੇ ਅਲੱਗ ਮਾਤਰਾਵਾਂ ਜਿਹੜੀਆਂ ਕੁਰਾਨ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਅਰਬੀ ਭਾਸ਼ਾ ਦੇ ਵਿੱਚ, ਉਹ ਵੀ ਗਿਣੀਆਂ ਹੋਈਆਂ ਨੇ ਵੀ ਇਸ ਪੇਜ ਦੇ ਉੱਤੇ ਇੰਨੀਆਂ ਅਲੱਗ ਮਾਤਰਾਵਾਂ ਨੇ, ਆਹ ਚੀਜ਼ਾਂ ਅੱਖਰ ਤੱਕ ਗਿਣੇ ਹੋਏ ਨੇ ਉਹਨਾਂ ਨੇ। ਉਹਨਾਂ ਨੂੰ ਨਾ ਕੋਈ ਵਧਾਵੇ ਨਾ ਘਟਾਵੇ, ਮੂਲ ਰੂਪ ਵਿੱਚ ਉਹੀ ਰੱਖਦੇ ਨੇ। ਵਿਆਖਿਆ ਰੂਪ ਵਿੱਚ ਭਾਵੇਂ ਉਹ ਵੱਖਰੇ ਵੱਖਰੇ ਢੰਗਾਂ ਨਾਲ ਪੰਜਾਬੀ ਵਿੱਚ ਵੀ ਉਲੱਥੇ ਮਿਲ ਜਾਂਦੇ ਨੇ, ਮੂਲ ਇੱਕੋ ਹੀ ਰੱਖਦੇ ਆ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਸੰਪੂਰਨ ਤਰਤੀਬ ਸਤਿਗੁਰੂ ਜੀ ਨੇ ਬੜੇ ਸੁੰਦਰ ਢੰਗ ਨਾਲ ਰਚੀ ਹੈ। ਉੱਤੇ ਸਰਲੇਖ ਵਿੱਚ ਮਹੱਲਾ ਚੌਥਾ ਕਹਿ ਦਿੱਤਾ ਹੈ। ਇਹਦਾ ਮਤਲਬ ਹੈ ਕਿ ਇਸ ਵਾਰ ਵਿੱਚ ਜਿੰਨੀਆਂ ਪੌੜੀਆਂ ਹੋਣਗੀਆਂ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦੀਆਂ ਹੋਣਗੀਆਂ। ਸ਼ਲੋਕ ਤੀਸਰੇ ਪਾਤਸ਼ਾਹ ਦੇ ਵੀ ਅੱਗੇ ਜਾ ਕੇ ਆ ਰਹੇ ਨੇ। ਪਹਿਲਾ ਸ਼ਲੋਕ ਬਿਲਾਵਲ ਦੀ ਵਾਰ ਦਾ ਪ੍ਰਾਰੰਭ ਹੋ ਰਿਹਾ ਹੈ। ਬਿਲਾਵਲ ਸ਼ਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ। ਉਸ ਉੱਤਮ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗਾਵਿਆ ਬਿਲਾਵਲ ਰਾਗ ਦਾ ਨਾਦ ਉਚਾਰਨ ਕਰਕੇ। ਆ ਹੁਣ ਕਥਾ ਦੀ ਸਮਾਪਤੀ ਤੋਂ ਬਾਅਦ ਸ਼ਬਦ ਚੌਂਕੀ ਪ੍ਰਾਰੰਭ ਹੋਣੀ ਹੈ ਕੀਰਤਨ ਦੀ। ਇਸ ਸ਼ਬਦ ਚੌਂਕੀ ਦਾ ਨਾਮ ਹੈ ਬਿਲਾਵਲ ਕੀ ਚੌਂਕੀ। ਰਾਗ ਬਿਲਾਵਲ ਵਿੱਚ ਰਾਗੀ ਸਿੰਘ ਪਹਿਲਾ ਸ਼ਬਦ ਪੜ੍ਹਦੇ ਆ। ਕਹਿੰਦੇ ਰਾਗ ਬਿਲਾਵਲ ਨੂੰ ਨਾਦ ਕਰਕੇ ਉਚਾਰਨ ਕਰਕੇ ਉਸ ਉੱਤਮ ਹਰੀ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਨੂੰ ਗਾਵਿਆ ਹੈ। ਦੂਸਰਾ ਅਰਥ ਏਦਾਂ ਵੀ ਹੈ ਕਿ ਉਸ ਹਰੀ ਉੱਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗਾਵਿਆ ਹੈ। ਨਾਦ ਉੱਚੀ ਰੂਪ ਵਿੱਚ ਗਾਇਨ ਕਰਦਿਆਂ ਹੋਇਆਂ ਤੇ ਗਾਇਆ ਕਿਵੇਂ ਆ? ਬਿਲਾਵਲ। ਬਿਲਾਵਲ ਦਾ ਮਤਲਬ ਆਨੰਦ ਵੀ ਹੁੰਦਾ, ਆਨੰਦ ਨਾਲ। ਰਾਗ ਦਾ ਮਤਲਬ ਹੁੰਦਾ ਪ੍ਰੇਮ ਨਾਲ। ਪ੍ਰੇਮ ਨਾਲ ਤੇ ਆਨੰਦ ਨਾਲ ਉਸ ਉੱਤਮ ਹਰੀ ਪ੍ਰਭੂ ਪਰਮੇਸ਼ਵਰ ਨੂੰ ਗਾਵਿਆ ਹੈ। ਉਪਦੇਸ ਗੁਰੂ ਸੁਣ ਮੰਨਿਆ ਧੁਰ ਮਸਤਕਾ ਪੂਰਾ ਭਾਗ। ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸੁਣ ਕੇ ਅਸੀਂ ਮੰਨਿਆ ਹੈ। ਜਿਨ੍ਹਾਂ ਦੇ ਮਸਤਕ ਤੇ ਧੁਰ ਦਰਗਾਹ ਤੋਂ ਪਰਮੇਸ਼ਰ ਨੇ ਪੂਰਨ ਭਾਗ ਪਾਏ ਹਨ, ਉਹਨਾਂ ਨੇ ਗੁਰੂ ਕੇ ਉਪਦੇਸ਼ ਨੂੰ ਸੁਣ ਕੇ ਮੰਨਿਆ। ਜਿਨ੍ਹਾਂ ਦੇ ਭਾਗ ਪੂਰੇ ਨੇ। ਉਪਦੇਸ਼ ਗੁਰੂ ਸੁਣ ਮੰਨਿਆ। ਗੁਰੂ ਕਾ ਉਪਦੇਸ਼ ਸੁਣ ਕੇ ਜਿਨ੍ਹਾਂ ਨੇ ਮੰਨਿਆ। ਮੰਨਿਆ ਕਿਹਨਾਂ ਨੇ? ਜਿਨ੍ਹਾਂ ਦੇ ਭਾਗ ਧੁਰ ਦਰਗਾਹ ਤੋਂ ਭਲੇ ਸਾਧ। ਸਭ ਦਿਨ ਸਰੈਣ ਗੁਣ ਉਚਰੈ ਹਰ 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 ਉਰ ਲਿਵ ਲਾਗ। ਜਿਨ੍ਹਾਂ ਦੇ ਭਾਗ ਪੂਰਨ ਨੇ ਉਹ ਦਿਨ ਰਾਤ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਉਚਰਦੇ ਨੇ। ਹਰ 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 ਉਹ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਆਪਣੇ ਹਿਰਦੇ ਵਿੱਚੋਂ ਲਿਵ ਲਾ ਕੇ ਪਰਮੇਸ਼ਰ ਦੇ ਜਾਪ ਨੂੰ ਜਪਦੇ ਹਨ। ਮਨ ਕਰਕੇ ਵੀ ਕਹਿੰਦੇ ਨੇ ਹਰ, ਬਚਨ ਕਰਕੇ ਵੀ ਕਹਿੰਦੇ ਨੇ ਹਰ, ਕਰਮ ਕਰਕੇ ਵੀ ਕਹਿੰਦੇ ਨੇ ਹਰ, ਤੇ ਲਿਵ ਲਾ ਕੇ ਕਹਿੰਦੇ ਆ। ਉਹਦੇ ਚਰਨਾਂ ਨਾਲ ਆਪਣੀ ਸੁਰਤ ਜੋੜ ਕੇ ਉਸ ਨਿਰੰਕਾਰ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦੇ ਹਨ। ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ। ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਲਾਈ, ਉਹਨਾਂ ਦਾ ਤਨ ਤੇ ਮਨ ਹਰਿਆ ਹੋ ਗਿਆ।
ਯਾਨੀ ਕਿ ਖੇੜੇ ਨਾਲ ਖਿੜ ਗਿਆ, ਉਹਨਾਂ ਦਾ ਤਨ ਮਨ ਸਫਲ ਹੋ ਗਿਆ। ਮਨ ਖਿੜਿਆ ਹਰਿਆ ਬਾਗ, ਜਿਵੇਂ ਹਰੇ ਰੰਗ ਦਾ ਬਗੀਚਾ ਖਿੜਿਆ ਹੁੰਦਾ ਨਾ, ਹਰਾ ਭਰਾ ਬੜਾ ਸੋਹਣਾ ਲੱਗਦਾ। ਕਹਿੰਦੇ ਉਹਨਾਂ ਦਾ ਮਨ ਉਸ ਹਰੇ ਬਗੀਚੇ ਵਾਂਗੂ ਖਿੜ ਜਾਂਦਾ। ਮਨ ਖਿੜਿਆ ਹਰਿਆ ਬਾਗ, ਹਰੇ ਬਾਗ ਵਾਂਗੂ ਉਹਨਾਂ ਦਾ ਮਨ ਖਿੜ ਜਾਂਦਾ, ਜਿਹੜੇ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਰਾਧਦੇ ਤੇ ਜਪਦੇ ਹਨ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਰਾਗ। ਉਹਨਾਂ ਦੇ ਹਿਰਦਿਆਂ ਵਿੱਚ ਗਿਆਨ ਦਾ ਚਾਨਣਾ ਹੋਇਆ, ਗਿਆਨ ਦਾ ਚਿਰਾਗ ਬਲਿਆ। ਜਦੋਂ ਗਿਆਨ ਦਾ ਚਿਰਾਗ ਬਲ ਗਿਆ ਤੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਗਿਆ। ਜਦੋਂ ਗੁਰੂ ਦੇ ਦਿੱਤੇ ਚਾਨਣੇ ਦੇ ਗਿਆਨ ਦਾ ਚਿਰਾਗ, ਗੁਰੂ ਦੇ ਦਿੱਤੇ ਗਿਆਨ ਦਾ ਦੀਵਾ ਤਿਨਾਂ ਦੇ ਹਿਰਦਿਆਂ 'ਚ ਬਲਿਆ ਤਾਂ ਅਗਿਆਨਤਾ ਦਾ ਹਨੇਰਾ ਮਿਟ ਗਿਆ। ਜਨ ਨਾਨਕ ਜੀਵੈ ਦੇਖ ਹਰ, ਇਕ ਨਿਮਖ ਘੜੀ ਮੁਖ ਲਾਗ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਰੂਪ ਨੂੰ ਵੇਖ ਕੇ ਅਸੀਂ ਜੀਵਦੇ ਹਾਂ। ਇੱਕ ਨਿਮਖ ਘੜੀ ਮੁਖ ਲਾਗ, ਇੱਕ ਨਿਮਖ ਮਾਤਰ ਦਾ ਸਮਾਂ ਵੀ ਜੇ ਮੈਨੂੰ ਕਿਤੇ ਮੇਰੇ ਮਾਲਕ ਦੇ ਦਰਸ਼ਨ ਹੋ ਜਾਣ ਤਾਂ ਉਹਦੇ ਦਰਸ਼ਨ ਕਰਕੇ ਮੈਂ ਜੀਵਦਾ ਹਾਂ। ਮਹੱਲਾ ਤੀਜਾ। ਬਿਲਾਵਲ ਤਬ ਹੀ ਗਾਵੀਐ, ਬਿਲਾਵਲ ਤਬ ਹੀ ਕੀਜੀ, ਬਿਲਾਵਲ ਤਬ ਹੀ ਕੀਜੀਐ, ਜਬ ਮੁਖ ਹੋਵੇ ਨਾਮ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਹੁਣ ਦੂਜਾ ਸ਼ਲੋਕ ਉਚਾਰਦੇ ਹੈ। ਮਹਾਰਾਜ ਜੀ ਕਹਿੰਦੇ ਬਿਲਾਵਲ ਉਦੋਂ ਹੀ ਹੋਵੇਗਾ, ਆਨੰਦ ਉਦੋਂ ਹੀ ਹੋਵੇਗਾ, ਖੇੜਾ ਉਦੋਂ ਹੀ ਹੋਵੇਗਾ ਜਦੋਂ ਤੁਹਾਡੇ ਮੁਖ ਵਿੱਚ ਪਰਮੇਸ਼ਰ ਦਾ ਨਾਮ ਹੋਵੇਗਾ। ਜਬ ਮੁਖ ਹੋਵੇ ਨਾਮ, ਜਦੋਂ ਰਸਨਾ ਤੋਂ ਵਾਹਿਗੁਰੂ 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 ਕਹੋਗੇ ਫਿਰ ਤੁਹਾਡੇ ਹਿਰਦੇ 'ਚ ਬਿਲਾਵਲ ਹੋਵੇਗਾ। ਬਿਲਾਵਲ ਦਾ ਮਤਲਬ ਆਨੰਦ ਹੋਵੇਗਾ, ਖੇੜਾ। ਬਿਲਾਵਲ ਤਦੇ ਹੀ ਕੀਤਾ ਜਾ ਸਕਦਾ, ਬਿਲਾਵਲ ਤਦੇ ਹੀ ਹੋ ਸਕਦਾ ਹੈ। ਮਹਾਰਾਜ ਜੀ ਕਹਿੰਦੇ ਜਦੋਂ ਤੁਹਾਡੇ ਮੁਖ ਵਿੱਚ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੋਵੇਗਾ। ਰਾਗ ਨਾਦ ਸ਼ਬਦ ਸੋਹਣੇ, ਜਲ ਲਾਗੈ ਸਹਿਜ ਧਿਆਨ। ਉਹੀ ਰਾਗ ਨਾਦਾਂ ਵਿੱਚ ਕਹੇ ਸ਼ਬਦ ਸੋਹਣੇ ਨੇ, ਜਿਨ੍ਹਾਂ ਸ਼ਬਦਾਂ ਨੂੰ ਗਾ ਕੇ ਕਹਿ ਕੇ ਤੁਹਾਡਾ ਉਸ ਸਹਿਜ ਸਰੂਪ ਪਰਮੇਸ਼ਰ ਨਾਲ ਧਿਆਨ ਲੱਗ ਜਾਏ, ਉਸ ਨਿਰੰਕਾਰ ਦੇ ਚਰਨਾਂ ਨਾਲ ਧਿਆਨ ਜੁੜ ਜਾਵੇ। ਰਾਗ ਨਾਦ ਛੋੜ ਹਰ ਸੇਵੀਐ, ਤਾਂ ਦਰਗਹ ਪਾਈਐ ਮਾਨ। ਆ ਦੁਨੀਆ ਦੇ ਰੰਗ ਤਮਾਸ਼ੇ, ਰਾਗ ਨਾਦ ਦਾ ਇੱਥੇ ਅਰਥ ਹੈ ਦੁਨੀਆ ਦੇ ਜਿਹੜੇ ਆ ਰੰਗ ਨਾਦ ਤਮਾਸ਼ੇ ਨੇ, ਇਹਨਾਂ ਨੂੰ ਛੱਡ ਕੇ, ਇਹਨਾਂ ਤੋਂ ਪਰਾਮ ਹੋ ਕੇ ਹਰੀ ਦੀ ਸੇਵਾ ਕਰੋ, ਤਾਂ ਤੁਹਾਡਾ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਵਿੱਚ ਮਾਣ ਹੋਵੇਗਾ। ਨਾਨਕ ਗੁਰਮੁਖ ਬ੍ਰਹਮ ਵਿਚਾਰੀਐ, ਚੂਕੈ ਮਨ ਅਭਿਮਾਨ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਕਿ ਗੁਰਮੁਖ ਬ੍ਰਹਮ ਵਿਚਾਰੀਐ, ਜਿਹੜੇ ਗੁਰਮੁਖ ਨੇ ਉਹ ਬ੍ਰਹਮ ਦੀ ਵਿਚਾਰ ਕਰਦੇ ਐ। ਜਦੋਂ ਬ੍ਰਹਮ ਦੀ ਵਿਚਾਰ ਕਰਦੇ ਫਿਰ ਉਹਨਾਂ ਦੇ ਹਿਰਦਿਆਂ 'ਚੋਂ ਅਭਿਮਾਨ ਚਲਾ ਜਾਂਦਾ ਹੈ। ਪੌੜੀ ਤੋ ਹਰ ਪ੍ਰਭ ਆਪ ਅਗੰਮ ਹੈ, ਸਭ ਤੁਧ ਉਪਾਇਆ। ਇਹ ਹਰੀ ਪ੍ਰਭੂ ਤੂੰ ਆਪ ਹੀ ਅਗੰਮ ਹੈ, ਅਪਹੁੰਚ ਹੈ, ਇਹ ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ। ਤੂੰ ਆਪੇ ਆਪ ਵਰਤਦਾ, ਸਭ ਜਗਤ ਸਬਾਇਆ। ਇਹ ਪ੍ਰਭੂ ਤੂੰ ਆਪ ਹੀ ਸਾਰੇ ਜਗਤ ਵਿੱਚ ਵਰਤਦਾ। ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਸਾਰਾ ਜਗਤ ਹੈ ਪ੍ਰਭੂ ਤੇਰਾ ਹੀ ਪੈਦਾ ਕੀਤਾ ਹੋਇਆ, ਔਰ ਸਾਰੇ ਜਗਤ ਵਿੱਚ ਤੂੰ ਆਪ ਹੀ ਵਰਤ ਰਿਹਾ ਹੈ। ਤੁਧ ਆਪੇ ਤਾੜੀ ਲਾਈਐ, ਆਪੇ ਗੁਣ ਗਾਇਆ। ਤੂੰ ਆਪਣੇ ਨਾਲ ਆਪਣੀ ਤਾੜੀ ਲਾ ਕੇ ਧਿਆਨ ਲਾ ਕੇ ਜਿਹੜਾ ਬੈਠਾ ਉਹ ਵੀ ਤੂੰ ਆਪ ਹੀ ਹੈ। ਤੇ ਹੇ ਪ੍ਰਭੂ ਆਪਣੇ ਨਾਲ ਆਪ ਹੀ ਆਪਣੀ ਤਾੜੀ ਲਾ ਕੇ ਆਪਣੇ ਗੁਣ ਵੀ ਆਪ ਹੀ ਗਾ ਰਿਹਾ। ਜਿਹੜਾ ਗਾ ਰਿਹਾ ਉਹਦੇ ਵਿੱਚ ਵੀ ਤੂੰ ਹੈ, ਜਿਹਦੇ ਗਾਉਣੇ ਨੇ ਉਹ ਵੀ ਤੂੰ ਆਪ ਹੈ। ਇਸ ਕਰਕੇ ਆਪਣੇ ਗੁਣ ਵੀ ਤੂੰ ਆਪ ਹੀ ਗਾ ਰਿਹਾ ਹੈ। ਹਰ ਧਿਆਵੋ ਭਗਤੋ ਦਿਨਸ ਰਾਤ, ਇਹ ਭਗਤ ਜਨੋ ਹਾਲੇ ਵੀ ਵੇਲਾ ਦਿਨ ਰਾਤ ਉਸ ਪਰਮੇਸ਼ਰ ਨੂੰ ਧਿਆਵੋ, ਆਰਾਧਨਾ ਕਰੋ। ਅੰਤ ਲੈ ਛਡਾਇਆ। ਕਹਿੰਦੇ ਜੀ ਕੀ ਮਿਲੇਗਾ ਉਹਨੂੰ ਆਰਾਧ ਕੇ, ਉਹਨੂੰ ਧਿਆ ਕੇ ਕੀ ਪ੍ਰਾਪਤ ਹੋਵੇਗਾ? ਤਾਂ ਕਹਿੰਦੇ ਉਹਨੂੰ ਧਿਆ ਕੇ ਇਹ ਬਰਕਤ ਮਿਲੇਗੀ, ਉਹ ਅੰਤ ਵੇਲੇ ਤੁਹਾਨੂੰ ਛੁਡਾ ਲਵੇਗਾ, ਜੰਮਾਂ ਦੀ ਭਿਆਨਕ ਮਾਰ ਤੋਂ ਛੁਡਾ ਲਵੇਗਾ। ਜਿਨ ਸੇਵਿਆ ਤੈਨ ਸੁਖ ਪਾਇਆ,
ਹਰ ਨਾਮ ਸਮਾਇਆ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਸੇਵਿਆ ਤਿਨਾਂ ਨੇ ਸੁਖ ਪ੍ਰਾਪਤ ਕੀਤਾ ਤੇ ਅੰਤ ਨੂੰ ਹਰੀ ਨਾਮੀ ਵਿੱਚ ਹੀ ਸਮਾ ਗਏ, ਉਸੇ ਵਿੱਚ ਹੀ ਅਭੇਦ ਹੋ ਗਏ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੇਵਿਆ, ਆਰਾਧਿਆ, ਧਿਆਇਆ। ਸਤਿਗੁਰੂ ਜੀ ਨੇ ਪਾਵਨ ਪਵਿੱਤਰ ਬਚਨ ਉਚਾਰਨ ਕਰਕੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਗੁਰਦੇਵ ਦੇ ਪਾਵਨ ਬਚਨ ਸਾਡੇ ਹਿਰਦਿਆਂ 'ਚ ਵਸਣ ਤਾਂ ਜੋ ਸਾਡਾ ਗਾਵਿਆ ਸੁਣਿਆ ਸਤਿਗੁਰਾਂ ਦੇ ਚਰਨਾਂ ਵਿੱਚ ਥਾਂ ਪਵੇ। ਗੁਰਦੇਵ ਦੀ ਪਾਵਨ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕਰਨੀ। ਸਾਧ ਸੰਗਤ ਜੀ ਬੇਨਤੀ ਹੈ, ਅੱਜ ਮੱਸਿਆ ਦਾ ਦਿਨ ਹੈ। ਜੋ ਮੱਸਿਆ ਤੇ ਪੂਰਨਮਾਸ਼ੀ ਮਹੀਨੇ 'ਚ 2 ਵੇਰਾਂ ਸਤਿਗੁਰਾਂ ਦੇ ਇਸ ਪਾਵਨ ਸਥਾਨ ਤੇ ਅੰਮ੍ਰਿਤ ਸੰਚਾਰ ਹੁੰਦਾ। ਅੱਜ ਵੀ 9:30 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਨੇ ਹਾਲੇ ਅੰਮ੍ਰਿਤ ਨਹੀਂ ਛਕਿਆ ਉਹ ਕੇਸੀ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਆਓ ਔਰ ਖੰਡੇ ਦੀ ਪੋਲ ਛਕ ਕੇ ਮਹਾਰਾਜ ਗੁਰੂ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।